Assalamualaikum dan salam sejahtera. Apa khabar semua? Anda sedang menyaksikan Pentaksiran Sumatif bersama saya Syamira Nazir. Di mana pada hari ini kita akan membincangkan sebuah tajuk iaitu format pentaksiran instrumen peringkat menengah rendah bahasa Punjabi. Dan untuk hari ini di studio kami bawakan kepada anda seorang tetamu yang merupakan mantan pensyarah kanan. Siapakah beliau? Jom kita berkenal terlebih dahulu dengan menyaksikan profil tetamu jemputan untuk hari ini. Dan untuk hari ini kami bawakan kepada anda seorang tetamu yang merupakan mantan pensyarah kanan Jabatan Pengajian Inggeris Institut Pendidikan Guru Kampus Tuanku Bainun Pulau Pinang iaitu Dr. Tersim Singh. Hai Doktor. Hai. Apa khabar? Apa khabar Mira? Sihat? Sihat. Doktor apa khabar, sihat? Sihat. Selamat berkenalan Doktor. Teruja ada doktor di studio kami pada hari ini. Tetapi doktor, sebelum kita teruskan kelas kita, suka juga untuk Mira perkenalkan jurubahasa isyarat yang bersama dengan kami untuk hari ini iaitu Cikgu Nur Ilda Kamaruzaman dari SK Pendidikan Khas Selangor. Apa khabar Cikgu? Sihat Cikgu Baik, terima kasih Cikgu Ilda atas kesudian bersama dengan kami untuk hari ini. Baiklah doktor, hari ini tajuk yang akan kita bincangkan ialah format pentaksiran instrumen peringkat menengah rendah bahasa Punjabi. Apa sebenarnya tu doktor? Silakan. Terima kasih Mira. Okey. Untuk episod kali ini, saya akan membincangkan format instrumen ujian akhir sesi akademik bahasa Punjabi mulai tahun 2022. Okey, dan untuk meneruskan episod pada hari ini, saya akan sambung dalam bahasa Punjabi. Baiklah. Alright, okey. Baik, ਸਾਰੇ ਦਰਸ਼ਕਾਂ ਨੂੰ, ਬੱਚਿਆਂ ਨੂੰ, ਅਧਿਆਪਕਾਂ ਨੂੰ ਅਤੇ ਮਾਪਿਆਂ ਨੂੰ ਤਹਿ ਦਿਲੋਂ ਮਾਂ ਬੋਲੀ ਦੇ ਪਿਆਰ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਤੁਹਾਨੂੰ 2022 ਤੋਂ ਪੰਜਾਬੀ ਭਾਸ਼ਾ ਦੇ ਮਜ਼ਮੂਨ ਦੀ ਸਾਲਾਨਾ ਪ੍ਰੀਖਿਆ ਦੀ ਨਵੀਂ ਬਣਤਰ ਬਾਰੇ ਇਸ ਐਪੀਸੋਡ ਦੇ ਵਿੱਚ ਤੁਹਾਨੂੰ ਦੱਸੂਗਾ। ਸਭ ਤੋਂ ਪਹਿਲਾਂ ਪੰਜਾਬੀ ਭਾਸ਼ਾ ਸਾਲਾਨਾ ਪ੍ਰੀਖਿਆ ਦੇ 4 ਖੇਤਰ ਹਨ। ਇਸ 4 ਖੇਤਰ ਦੇ ਵਿੱਚ ਪਹਿਲਾ ਹੈਗਾ ਵਿਆਕਰਨ, ਜਿੱਥੇ ਸ਼ੁੱਧ ਬੋਲੀ ਬਾਰੇ ਬੱਚਿਆਂ ਦੀ ਪ੍ਰੀਖਿਆ ਕੀਤੀ ਜਾਵੇਗੀ। ਫਿਰ ਦੂਸਰਾ ਪੜ੍ਹਨਾ ਅਤੇ ਸਮਝਣਾ, ਜਿੱਥੇ ਬੱਚਿਆਂ ਨੂੰ ਵੱਖ-ਵੱਖ ਵਿਸ਼ਿਆਂ ਦੇ ਰਚਨਾ ਦਿੱਤੇ ਜਾਣਗੇ ਅਤੇ ਬੱਚਿਆਂ ਨੂੰ ਇਸ ਵਿਸ਼ਿਆਂ ਅਨੁਸਾਰ ਸਵਾਲਾਂ ਦਾ ਜਵਾਬ ਦੇਣਾ ਪਊਗਾ। ਹਾਂਜੀ। ਤੇ ਤੀਸਰਾ ਖੇਤਰ ਹੈਗਾ ਪੜ੍ਹਨਾ ਅਤੇ ਸਮਝਣਾ, ਜੋ ਪੰਜਾਬੀ ਸਾਹਿਤਕ ਕਹਾਣੀਆਂ ਅਤੇ ਕਵਿਤਾਵਾਂ ਬਾਰੇ ਹੈ, ਜਿੱਥੇ ਬੱਚਿਆਂ ਨੂੰ ਪੜ੍ਹ ਕੇ ਸਮਝ ਕੇ ਅਤੇ ਸਵਾਲਾਂ ਦਾ ਜਵਾਬ ਦੇਣਾ ਪੈਂਦਾ। ਅਤੇ ਚੌਥਾ ਹੈਗਾ ਲਿਖਣਾ, ਜਿੱਥੇ ਵੱਖ-ਵੱਖ ਵਿਸ਼ਿਆਂ ਬਾਰੇ ਬੱਚਿਆਂ ਨੂੰ ਲਿਖਣਾ ਪਊਗਾ। ਹਾਂਜੀ। ਸੋ ਇਹ ਹੈ ਪੰਜਾਬੀ ਭਾਸ਼ਾ ਸਾਲਾਨਾ ਪ੍ਰੀਖਿਆ ਦੇ 4 ਖੇਤਰ। ਹਾਂਜੀ। ਇਸ ਪਰਚੇ ਦੇ ਵਿੱਚ ਇਹ ਸਿਰਫ ਲਿਖਤੀ ਇਮਤਿਹਾਨ ਤੌਰ ਤੇ ਇਹ ਪਰਚਾ ਕੀਤਾ ਜਾਵੇਗਾ। ਸੋ ਇਸ ਪਰਚੇ ਦੇ ਵਿੱਚ ਪਹਿਲਾ ਹੈਗਾ ਭਾਗ ਏ, ਜਿਸ ਦੇ ਵਿੱਚ 10 ਨੰਬਰ ਅਤੇ ਇਹ 15 ਮਿੰਟ ਦੇ ਵਿੱਚ ਬੱਚਿਆਂ ਨੂੰ ਵੈਸੇ ਸੁਝਾਅ ਦਿੱਤਾ ਜਾਂਦਾ ਹੈ ਕਿ ਤੁਸੀਂ 15 ਮਿੰਟ ਦੇ ਵਿੱਚ ਇਸ ਭਾਗ ਨੂੰ ਖਤਮ ਕਰਨਾ ਹੈ ਜੀ। ਫਿਰ ਭਾਗ ਬੀ, ਜਿੱਥੇ ਬੱਚਿਆਂ ਨੂੰ 20 ਨੰਬਰ ਦਿੱਤੇ ਜਾਣਗੇ ਅਤੇ ਇਹ 25 ਮਿੰਟਾਂ ਦੇ ਵਿੱਚ ਕਰਨਾ ਪਊਗਾ। ਅਤੇ ਭਾਗ ਸੀ ਹੈਗਾ, ਜਿੱਥੇ ਬੱਚਿਆਂ ਨੂੰ 15 ਨੰਬਰ ਫਿਰ ਦਿੱਤੇ, ਇਸ ਦੇ ਵਿੱਚ ਵੀ 15 ਨੰਬਰ ਦਿੱਤੇ ਜਾਣਗੇ, ਜਿਸ ਦੇ ਵਿੱਚ ਬੱਚਿਆਂ ਨੂੰ 20 ਮਿੰਟਾਂ ਦੇ ਵਿੱਚ ਕਰਨਾ ਪਊਗਾ। ਅਤੇ ਭਾਗ ਡੀ 15 ਨੰਬਰ 15 ਮਿੰਟਾਂ ਦੇ ਵਿੱਚ
ਔਰ ਅਖੀਰ ਦੇ ਵਿੱਚ ਭਾਗ ਈ 40 ਨੰਬਰ ਅਤੇ 45 ਮਿੰਟਾਂ ਦੇ ਵਿੱਚ ਬੱਚਿਆਂ ਨੂੰ ਸੁਝਾਅ ਦਿੱਤਾ ਜਾਂਦਾ ਹੈ ਕਿ ਇਸ ਸਵਾਲ ਨੂੰ ਜਵਾਬ ਦੇਣਾ। ਹਾਂਜੀ, ਸੋ ਕੁੱਲ ਜੋੜ ਇਸ ਪਰਚੇ ਦਾ ਕੁੱਲ ਜੋੜ ਹੈਗਾ 100 ਨੰਬਰ। ਓਕੇ, ਸਵਾਲਾਂ ਦੇ ਜਿਹੜੇ ਵੱਖ-ਵੱਖ ਸਵਾਲਾਂ ਜਿਹੜੇ ਹੈਗੇ ਇਸ ਪਰਚੇ ਦੇ ਵਿੱਚ, ਪਹਿਲਾ ਹੈਗਾ ਵੀ MCQ ਸਵਾਲ, ਫਿਰ ਬੰਦ ਜਵਾਬ ਅਤੇ ਖੁੱਲਾ ਜਵਾਬ। ਹਾਂਜੀ, ਅੱਛਾ, ਭਾਗ ਏ ਦੇ ਵਿੱਚ ਬੱਚਿਆਂ ਨੂੰ 10 ਨੰਬਰ ਜਿਹੜੇ ਹੈਗੇ ਆ ਇਹ ਵਿਆਕਰਨ ਅਤੇ ਭਾਸ਼ਾ ਪ੍ਰਯੋਗ ਉੱਪਰ ਸਵਾਲ ਦਿੱਤੇ ਜਾਣਗੇ। ਭਾਗ ਬੀ ਦੇ ਵਿੱਚ 20 ਨੰਬਰ 2 ਸਵਾਲ ਹਨ। ਪਹਿਲਾ ਸਵਾਲ ਹੈਗਾ ਵਿਆਕਰਨ ਅਤੇ ਭਾਸ਼ਾ ਪ੍ਰਯੋਗ। ਦੂਸਰਾ ਸਵਾਲ ਹੈਗਾ ਪੜ੍ਹਨਾ ਅਤੇ ਸਮਝਣਾ, ਜਿਹੜੇ ਕਿ ਪੰਜਾਬੀ ਸਾਹਿਤਕ ਕਹਾਣੀਆਂ ਅਤੇ ਕਵਿਤਾਵਾਂ ਉੱਪਰ ਸਵਾਲ ਪੁੱਛੇ ਜਾਣਗੇ। ਹਾਂਜੀ, ਅਤੇ ਅਗਲਾ ਭਾਗ ਹੈਗਾ ਭਾਗ ਸੀ। ਇਸ ਦੇ ਵਿੱਚ ਬੱਚਿਆਂ ਨੂੰ 15 ਨੰਬਰ ਦਿੱਤੇ ਜਾਣਗੇ ਔਰ ਇਹ 15 ਨੰਬਰ ਹੈਗੇ ਆ ਵੀ ਜਿੱਥੇ ਬੱਚਿਆਂ ਨੂੰ ਰਚਨਾ ਦਿੱਤੀ ਜਾਊਗੀ ਔਰ ਬੱਚਿਆਂ ਨੂੰ ਰਚਨਾ ਪੜ੍ਹ ਕੇ ਅਤੇ ਸਮਝ ਕੇ ਇਹਨਾਂ ਦੇ ਜਵਾਬ ਦੇਣੇ ਪਊਗੇ ਅਤੇ ਇਹ ਰਚਨਾ ਜਿਹੜੇ ਵੱਖ-ਵੱਖ ਵਿਸ਼ਿਆਂ ਦੇ ਉੱਪਰ ਹੋ ਸਕਦੇ ਹਨ। ਭਾਗ ਡੀ ਦੇ ਵਿੱਚ 15 ਨੰਬਰ 3 ਸਵਾਲ। ਇਹ 3 ਸਵਾਲ ਇੱਕ ਤਸਵੀਰ ਦੇ ਉੱਪਰ ਹੋਗਾ। ਅਸੀਂ ਇਹ ਤਸਵੀਰ ਨੂੰ ਦੇਖ ਕੇ ਬੱਚਿਆਂ ਨੂੰ ਧਿਆਨ ਦੇ ਨਾਲ ਦੇਖ ਕੇ ਔਰ ਸਹੀ ਜਵਾਬ ਲਿਖਣਾ ਪਊਗਾ। ਅਤੇ ਅਖੀਰ ਦੇ ਵਿੱਚ ਹੈਗਾ ਭਾਗ ਈ, ਜਿੱਥੇ ਬੱਚਿਆਂ ਨੂੰ 40 ਨੰਬਰ ਦਿੱਤੇ ਜਾਣਗੇ। ਓਕੇ, ਸੋ ਇਸ 40 ਨੰਬਰ ਹੈਗੇ 40 ਨੰਬਰ ਦਾ ਸਵਾਲ, ਇੱਥੇ ਬੱਚਿਆਂ ਨੂੰ ਇੱਕ ਲੇਖ ਲਿਖਣਾ ਪਊਗਾ ਅਤੇ 3 ਵਿਸ਼ਿਆਂ ਤੋਂ ਇੱਕ ਚੁਣ ਕੇ ਇੱਕ ਵਿਸ਼ੇ ਦੇ ਉੱਪਰ ਇੱਕ ਲੇਖ ਲਿਖਣਾ ਪਊਗਾ। ਜੋ ਕਿੰਨੇ ਵਾਕ ਹਨ, ਕਿੰਨੇ ਸ਼ਬਦ ਦੇ ਵਿੱਚ ਲਿਖਣਾ ਪਊਗਾ, ਉਹ ਬਾਅਦ 'ਚ ਮੈਂ ਤੁਹਾਨੂੰ ਦੱਸੂਗਾ। Itu dia penjelasan yang ringkas tetapi padat oleh doktor, di mana doktor menerangkan tentang format pentaksiran bagi kertas bahasa Punjabi ini. Doktor, soalan saya, untuk kertas bahasa Punjabi ini ada berapa kertas? Ada satu saja ataupun ada 2? Okey, terima kasih Mira. Untuk bahasa Punjabi cuma 1 kertas dan masa 2 jam diperuntukkan untuk kertas ini. Okey. Okey, dan kertas ini terdiri daripada 5 bahagian. Okey, bahagian A, B, C, D dan E. Okey, dan saya kira di bahagian E itu yang peruntukan markahnya yang tinggi, iaitu 40 markah dengan masanya pun 45 minit. Betul doktor? Betul. Okey, dan dalam instrumen ini ada tak pentaksiran untuk elemen sastra? Ada. Elemen sastra di bahagian B, elemen sastra diuji dengan kita memberikan petikan daripada buku teks. Okey. Bukan buku teks, dia ada buku komsas. Oh, okey. Ada buku komsas yang diberikan kepada murid pada tingkatan 1, di tingkatan 1, 2 dan 3. Jadi cerita-cerita yang ada, cerita dan juga sajak yang ada di dalam buku teks itu akan soal di dalam kertas peperiksaan ini. Okey, menarik itu doktor, dan itu diuji di bahagian B. Jadi pastinya murid-murid di rumah pun ingin tahu bagaimana cara untuk menjawab bahagian A dan bahagian B untuk kertas bahasa Punjabi ini. Tetapi kita akan berhenti berehat seketika. Kita akan kembali selepas ini. Jangan ke mana-mana. Baiklah, hari ini di Pentaksiran Sumatif kita membincangkan untuk format pentaksiran instrumen peringkat menengah rendah kertas bahasa Punjabi. Dan di segmen ini kita ingin mengetahui pula bagaimana cara untuk menjawab bahagian A dan bahagian B. Silakan doktor. Terima kasih Mira. Okey. Saya teruskan dalam bahasa Punjabi ya. Okey. ਹਾਂਜੀ ਆਓ ਆਪਾਂ ਹੁਣ ਅਗਲਾ ਪੜਾ ਦੇਖੀਏ ਜਿੱਥੇ ਆਪਾਂ ਸਵਾਲਾਂ ਦੇ ਉਦਾਹਰਨ ਤੁਹਾਨੂੰ ਦਿਖਾਵਾਂਗੇ। ਸੋ ਸਵਾਲਾਂ ਦੇ ਉਦਾਹਰਨ ਇਸ ਪ੍ਰਕਾਰ ਹਨ। ਭਾਗ A ਦੇ ਵਿੱਚ
ओके ਤੁਹਾਨੂੰ MCQ ਸਵਾਲ ਦਿੱਤੇ ਜਾਣਗੇ। ਇਹ ਇੱਕ ਮਿਸਾਲ ਹੈ MCQ ਸਵਾਲ ਦਾ। ओके ਜਿੱਥੇ ਤੁਹਾਨੂੰ ਇੱਕ ਸਵਾਲ ਵਿਆਕਰਨ ਦੇ ਉੱਪਰ ਇੱਕ ਸਵਾਲ ਦਿੱਤਾ ਜਾਊਗਾ। ਸੋ ਪੜ੍ਹ ਕੇ ਅਤੇ ਇਹਦੇ ਵਿੱਚ ਤੁਹਾਨੂੰ ਚੁਣਨਾ ਪਊਗਾ ਕਿ ਚੁਣਨਾ ਪਊਗਾ ਜਿਹੜੇ ਦਿੱਤੇ ਹੋਏ ਆਪਸ਼ਨ ਤੋਂ ਤੁਸੀਂ ਚੁਣ ਕੇ ਇਹਦਾ ਸਹੀ ਜਵਾਬ ਲੱਭਣਾ ਪਊਗਾ। ਹਾਂਜੀ, ਇਹ ਇੱਕ ਸਵਾਲ ਹੈ। ਦੂਸਰਾ ਸਵਾਲ ਇਸ ਪ੍ਰਕਾਰ ਦੇ ਵੀ ਸਵਾਲ ਹੋ ਸਕਦੇ ਹਨ ਜਿੱਥੇ ਤੁਹਾਨੂੰ ਇੱਕ ਤਸਵੀਰ ਦਿੱਤੀ ਜਾਊਗੀ, ਫਿਰ ਉਸ ਤਸਵੀਰ ਦੇ ਉੱਪਰ ਇੱਕ ਸਵਾਲ ਪੁੱਛਿਆ ਜਾਊਗਾ ਜੋ ਵਿਆਕਰਨ ਦੇ ਉੱਪਰ ਹੋਗਾ। ਹਾਂਜੀ, ਅਤੇ ਤੀਸਰਾ ਸਵਾਲ ਇਸ ਪ੍ਰਕਾਰ ਹੈ ਜਿੱਥੇ ਤੁਹਾਨੂੰ ਪਹਿਲਾ, ਦੂਸਰਾ, ਤੀਸਰਾ ਅਤੇ ਚੌਥਾ ਆਪਸ਼ਨ ਦਿੱਤਾ ਹੋਗਾ। ਇਸ ਦਿੱਤੇ ਹੋਏ ਜਿਹੜੇ ਆਪਸ਼ਨ ਹੈ ਇਸ ਤੋਂ ਵਿੱਚ ਤੁਹਾਨੂੰ ਸਹੀ ਜਿਹੜੇ ਆਪਸ਼ਨ ਇਸ ਖਾਲੀ ਥਾਂ ਦੇ ਵਿੱਚ ਤੁਸੀਂ ਭਰ ਕੇ ਲਿਖ ਸਕਦੇ। ਸੋ ਉਹ ਤੁਹਾਨੂੰ ਚੁਣ ਕੇ ਅਤੇ ਸਹੀ ਜਵਾਬ ਦੇਣਾ ਪਊਗਾ। ਹਾਂਜੀ, ਇਹ ਹੈਗਾ ਭਾਗ A। ਫਿਰ ਦੂਸਰਾ ਹੈਗਾ ਭਾਗ B। ਭਾਗ B ਦੇ ਵਿੱਚ ਪਹਿਲਾ ਸਵਾਲ, ਹਾਂਜੀ, ਤੇ ਤੁਸੀਂ ਪੜ੍ਹ ਕੇ ਦੇਖੋਗੇ। ਪਹਿਲਾ ਸਵਾਲ ਹੈਗਾ ਵੀ ਹੇਠ ਲਿਖੇ, ਹਾਂਜੀ, ਹੇਠ ਲਿਖੇ ਹਰ ਇੱਕ ਵਾਕ ਵਿੱਚ ਇੱਕ ਗਲਤੀ ਹੈ। ਹਾਂਜੀ, ਇਸ ਗਲਤ ਸ਼ਬਦ ਨੂੰ ਲਕੀਰ ਪਾ ਕੇ ਉਸ ਦਾ ਸਹੀ ਜਵਾਬ ਦਿਓ। ਸੋ ਖਾਸ ਕਰਕੇ ਜੇ ਤੁਹਾਨੂੰ ਇਹੋ ਜਿਹਾ ਇੱਕ ਸਵਾਲ ਮਿਲੂਗਾ, ਸੋ ਤੁਹਾਨੂੰ ਪਹਿਲੀ ਗੱਲ ਤਾਂ ਤੁਸੀਂ ਪਹਿਲਾਂ ਲਕੀਰ ਮਾਰਨੀ ਪਊਗੀ। ਜਿਸ ਤਰ੍ਹਾਂ ਦੇ ਤੁਸੀਂ ਉਦਾਹਰਨ ਦੇਖੋਗੇ, ਉਦਾਹਰਨ ਦੇ ਵਿੱਚ ਇੱਥੇ ਵੀ ਮੇਰੇ ਸਵਰਗਵਾਸੀ ਦਾਦਾ ਜੀ ਹਾਕੀ ਦੇ ਬਹੁਤ ਵਧੀਆ ਖਿਡਾਰੀ ਹੋਣਾ। ਸੋ ਜਿਹੜਾ ਗਲਤ ਸ਼ਬਦ ਇੱਥੇ ਹੈਗਾ ਵੀ ਹੋਣਾ, ਗਲਤ ਸ਼ਬਦ ਹੈਗਾ ਹਨ। ਹਾਂਜੀ, ਸੋ ਇਸ ਦਾ ਜਿਹੜਾ ਸਹੀ ਸ਼ਬਦ ਹੈ ਤੁਹਾਨੂੰ ਇਸ ਖਾਲੀ ਥਾਂ ਦੇ ਵਿੱਚ ਲਿਖਣਾ ਪਊਗਾ, ਜਿੱਥੇ ਤੁਹਾਨੂੰ ਲਿਖਣਾ ਪਊਗਾ ਵੀ ਮੇਰੇ ਸੁਰਗਵਾਸੀ ਦਾਦਾ ਜੀ ਹਾਕੀ ਦੇ ਬਹੁਤ ਵਧੀਆ ਖਿਡਾਰੀ ਸਨ। ਹਾਂਜੀ, ਸੋ ਇਸੇ ਤਰ੍ਹਾਂ ਇਹਦੇ ਵਿੱਚ 5 ਸਵਾਲ ਦਿੱਤੇ ਜਾਣਗੇ। ਇਸ 5 ਸਵਾਲਾਂ ਦੇ ਵਿੱਚ ਲਕੀਰ ਮਾਰ ਕੇ ਅਤੇ ਸਹੀ ਸ਼ਬਦ ਤੁਹਾਨੂੰ ਲਿਖਣਾ ਪਊਗਾ। ਹਾਂਜੀ, ਸੋ ਦੂਸਰਾ ਸਵਾਲ ਹੈਗਾ ਖਾਸ ਕਰਕੇ ਇਸ ਦੇ ਵਿੱਚ ਤੁਹਾਨੂੰ ਸਾਖੀ ਜਾਂ ਕਵਿਤਾਵਾਂ ਬਾਰੇ ਤੁਹਾਨੂੰ ਸਵਾਲ ਪੁੱਛਿਆ ਜਾਊਗਾ। ਇਹ ਜਿਹੜੇ ਇਹਦੇ ਵਿੱਚ ਜਿਹੜੇ ਖਾਸ ਕਰਕੇ ਜਿਹੜੀਆਂ ਸਾਖੀਆਂ ਅਤੇ ਕਵਿਤਾਵਾਂ ਦੇ ਸਵਾਲ ਹੋ ਗਏ, ਇਹ ਤੁਹਾਡੇ ਰੀਡਿੰਗ ਬ੍ਰਿਕਸ ਦੇ ਕਿਤਾਬ ਦੇ ਵਿੱਚ ਸਾਰੇ ਇਹਨਾਂ ਦੇ ਜਿਹੜੇ ਵੈਸੇ ਤੁਹਾਨੂੰ ਐਗਜ਼ਾਮਪਲ ਮਿਲ ਸਕਦੇ ਹਨ। ਹਾਂਜੀ, ਸੋ ਖਾਸ ਕਰਕੇ ਇੱਥੇ ਜਿਹੜੀ ਇੱਕ ਸਾਖੀ ਹੈਗੀ ਆ ਚਮਤਕਾਰ ਬਾਰੇ। ਸੋ ਇਹ ਸਾਖੀ ਨੂੰ ਤੁਹਾਨੂੰ ਪੜ੍ਹ ਕੇ ਫਿਰ ਇਹਦੇ ਨਾਲ ਜਿਹੜੇ ਸਵਾਲ ਆਉਂਦੇ ਹਨ ਉਹ ਤੁਹਾਨੂੰ ਜਵਾਬ ਦੇਣੇ ਪਊਗੇ। ਖਾਸ ਕਰਕੇ ਸਵਾਲ ਇਹੋ ਜਿਹੇ ਸਵਾਲ ਹੈ, ਖਾਸ ਕਰਕੇ ਜਿਸ ਤਰ੍ਹਾਂ ਵੀ ਸੋਨੀਆ ਦਾ ਪਰਿਵਾਰ ਕਿਉਂ ਪਰੇਸ਼ਾਨ ਸੀ। ਸੋ ਉਹ ਸਾਖੀ ਪੜ੍ਹ ਕੇ ਤੁਹਾਨੂੰ ਇਹਦਾ ਸਹੀ ਜਵਾਬ ਦੇਣਾ ਪਊਗਾ। ਸੋ 1 ਨੰਬਰ ਦਾ ਵੀ ਸਵਾਲ ਹੋ ਸਕਦਾ। ਅਤੇ ਖਾਲੀ ਥਾਂ ਭਰ ਕੇ ਜਿਸ ਤਰ੍ਹਾਂ ਵੀ ਇਹ ਖਾਲੀ ਥਾਂ ਦੇ ਵਿੱਚ ਤੁਹਾਨੂੰ ਸਵਾਲ ਹੈ, ਜਿਸ ਤਰ੍ਹਾਂ ਨੰਬਰ 2 ਦਾ ਸਵਾਲ ਜਿਹੜਾ ਇਹ ਖਾਲੀ ਥਾਂ ਭਰ ਕੇ ਤੁਹਾਨੂੰ 2 ਨੰਬਰ ਮਿਲ ਸਕਦੇ ਹਨ ਇਹੋ ਜਿਹੇ ਸਵਾਲਾਂ ਦੇ ਵਿੱਚ। ਅਤੇ ਤੀਸਰਾ ਸਵਾਲ ਜਿਹੜਾ ਇਸ ਪ੍ਰਕਾਰ ਵੀ ਹੋ ਸਕਦਾ ਜਿੱਥੇ ਤੁਹਾਨੂੰ ਦਿੱਤੇ ਹੋਏ ਸਮਾਨ ਅਰਥ ਦੇ ਸਹੀ ਸ਼ਬਦ ਸਾਖੀ ਵਿੱਚੋਂ ਲੱਭ ਕੇ ਲਿਖਣੇ ਪਊਗੇ। ਹਾਂਜੀ, ਸੋ ਇੱਥੇ ਤੁਹਾਨੂੰ ਸ਼ਬਦ ਦਿੱਤੇ ਦਾਂਗੇ, ਮਤਲਬ ਕਿ ਜਿਸ ਤਰ੍ਹਾਂ ਰੋਗੀ। ਸੋ ਇਹਦਾ ਅਰਥ ਜਿਹੜਾ ਤੁਹਾਨੂੰ ਇਸ ਜਿਹੜੀ ਰਚਨਾ ਹੈਗੀ ਜਾਂ ਸਾਖੀ ਹੈਗੀ, ਇਹ ਸਾਖੀ ਦੇ ਵਿੱਚੋਂ ਲੱਭ ਕੇ ਅਤੇ ਉਹ ਖਾਲੀ ਥਾਂ ਦੇ ਵਿੱਚ ਲਿਖਣਾ ਪਊਗਾ। ਹਾਂਜੀ, so ini untuk menjawab bahagian A dan juga bahagian B. Ya. Betul doktor. Dan kalau kita tengok bahagian A dan bahagian B, kalau murid berjaya menjawab keseluruhannya, markah akan diperoleh 30 markah kerana bahagian A 10, bahagian B 20 markah. Tetapi kan doktor, bagaimana pula untuk peruntukan masa untuk murid menjawab bahagian A dan juga bahagian B? Okey. Untuk bahagian A, kita peruntukkan masa 10 minit dan untuk bahagian B, kita peruntukkan masa 15 minit. 25 minit.
Okey. 25 minit. Okey. Baik, okey. Doktor, dan juga kalau kita tengok di bahagian B ada sistem bahasa dan juga komponen sastera kan doktor. Kalau untuk murid-murid di rumah yang ingin menjawab komponen sastera ini, di manakah mereka boleh mendapatkan sumber rujukan yang boleh mungkin doktor cadangkan untuk menjawab komponen sastera? Okey, murid-murid yang mengikuti kelas Punjabi, okey, dia ada buku teks untuk tingkatan 1, tingkatan 2 dan tingkatan 3. Dan setiap tingkatan dia ada dia punya komponen, satu buku khas di mana komponen sastra itu diberikan dalam dalam bentuk buku. Jadi soalan yang diajukan atau yang akan ditanya itu adalah soalan-soalan berdasarkan kepada petikan, berdasarkan kepada komponen sastra lah yang ada di dalam buku bacaan Komsas tu. Okey. Baik, jadi bahasa mudahnya murid-murid di rumah kena sentiasa bacalah buku Komsas itu, barulah boleh menjawab soalan yang akan ditanya di dalam kertas taksiran nanti. Baik, doktor, kita akan berhenti berehat seketika. Kita akan kembali semula selepas ini untuk tahu pula bagaimana nak menjawab bahagian C, D dan juga E. Jangan ke mana-mana, kembali semula selepas ini. Baik, terima kasih kerana masih setia menonton Pentaksiran Sumatif. Di segmen ini, kita akan membincangkan pula cara untuk menjawab bahagian C, D dan juga E, di mana bahagian C merupakan pemahaman, bahagian D merupakan pemindahan maklumat dan bahagian E merupakan penulisan ataupun menulis karangan. Macam mana cara untuk menjawabnya? Jom kita tanya doktor. Silakan doktor. Terima kasih Mira. Okey. Baik, kita ke segmen seterusnya. Okey. Okay. इस हाँ जी ਹੁਣ ਆਪਾਂ ਦੇਖੀਏ ਵੀ ਸਵਾਲਾਂ ਦੇ ਉਦਾਹਰਣ ਖਾਸ ਕਰਕੇ ਭਾਗ ਸੀ ਵਾਸਤੇ ਓਕੇ ਜਿੱਥੇ ਭਾਗ ਸੀ ਦੇ ਵਿੱਚ ਤੁਹਾਨੂੰ ਇੱਕ ਰਚਨਾ ਦਿੱਤੀ ਜਾਊਗੀ ਅਤੇ ਇਹ ਰਚਨਾ ਪੜ੍ਹ ਕੇ ਦਿੱਤੇ ਸਵਾਲਾਂ ਦੀ ਸਹੀ ਜਵਾਬ ਲਿਖਣੀ ਪਊਗੀ ਤੁਹਾਨੂੰ ਹਾਂਜੀ ਸੋ ਇਹ ਜਿਹੜੀ ਰਚਨਾ ਜਿਹੜੀ ਇਹ ਵੱਖੋ ਵੱਖ ਤਰ੍ਹਾਂ ਦੀ ਹੋ ਸਕਦੀ ਹੈ ਸੋ ਬੜੇ ਧਿਆਨ ਦੇ ਨਾਲ ਪੜ੍ਹ ਕੇ ਅਤੇ ਇਸ ਰਚਨਾ ਦੇ ਵਿੱਚ ਜਿਹੜੇ ਇਹਦੇ ਵਿੱਚ ਜਿਹੜੇ ਦਿੱਤੇ ਹੋਏ ਮੁੱਦੇ ਹਨ ਉਹ ਦੇਖ ਕੇ ਤੇ ਫਿਰ ਤੁਸੀਂ ਸਵਾਲਾਂ ਦੇ ਜਵਾਬ ਦੇਣੇ ਓਕੇ ਖਾਸ ਕਰਕੇ ਸਵਾਲਾਂ ਦੇ ਜਿਹੜੇ ਉਦਾਹਰਣ ਇਸ ਤਰੀਕੇ ਦੇ ਹਨ ਖਾਸ ਕਰਕੇ ਵੀ ਜਿਸ ਤਰ੍ਹਾਂ ਪਹਿਲਾ ਸਵਾਲ 1 ਨੰਬਰ ਦਾ ਸਵਾਲ ਵੀ ਹੋ ਸਕਦਾ ਤੇ ਦੂਸਰਾ ਸਵਾਲ ਜਿੱਦਾਂ ਤੁਸੀਂ ਸਮਾਰਟ ਬੋਰਡ ਤੇ ਦੇਖ ਸਕਦੇ ਵੀ ਦੂਸਰਾ ਸਵਾਲ ਵੀ 1 ਨੰਬਰ ਦਾ ਸਵਾਲ ਅਤੇ 2 ਨੰਬਰ ਦੇ ਸਵਾਲ ਵੀ ਹੋ ਸਕਦੇ ਹਨ ਸੋ ਜਿਹੜਾ ਪਹਿਲਾ ਸਵਾਲ ਅਤੇ ਦੂਸਰਾ ਸਵਾਲ ਇਹਨਾਂ ਦੇ ਜਵਾਬ ਜਿਹੜੇ ਤੁਹਾਨੂੰ ਰਚਨਾ ਦੇ ਵਿੱਚ ਲੱਭ ਸਕਦੇ ਹਨ ਪਰ ਤੀਸਰਾ ਸਵਾਲ ਜਿਹੜਾ ਤੁਹਾਨੂੰ ਆਪਣੇ ਖਿਆਲ ਵੀ ਪੇਸ਼ ਕਰਨੇ ਪਊਗੇ ਖਾਸ ਕਰਕੇ ਜੇ ਆਪਾਂ ਤੀਸਰਾ ਸਵਾਲ ਦੇਖੀਏ ਇੱਥੇ ਸਵਾਲ ਦਾ ਉਦਾਹਰਣ ਹੈਗਾ ਆ ਵੀ ਜਾਂ ਸਵਾਲ ਇਸ ਤਰੀਕੇ ਦੇ ਨਾਲ ਲਿਖਿਆ ਹੈ ਵੀ ਤੁਹਾਡੇ ਖਿਆਲ ਅਨੁਸਾਰ ਹਾਂਜੀ ਕੀ ਅਖੰਡ ਪਾਠ ਕਰਨਾ ਜ਼ਰੂਰੀ ਹੈ ਅਤੇ ਕਿਉਂ ਸੋ ਜੇ 2 ਨੰਬਰ ਦੇ ਸਵਾਲ ਹੈ ਫਿਰ ਤੁਹਾਨੂੰ 2 ਵੈਸੇ ਲਾਈਨ ਦਿੱਤੀ ਜਾਓਗੇ ਸੋ ਇਸ ਦੇ ਅਨੁਸਾਰ ਤੁਹਾਨੂੰ ਜਵਾਬ ਜਿਹੜਾ ਥੋੜਾ ਲੰਮਾ ਲਿਖਣਾ ਪਊਗਾ ਹਾਂਜੀ ਅਗਲਾ ਭਾਗ ਜਿਹੜਾ ਹੈਗਾ ਵੀ ਭਾਗ ਡੀ ਹਾਂਜੀ ਭਾਗ ਡੀ ਦੇ ਵਿੱਚ ਸਵਾਲ ਇਸ ਪ੍ਰਕਾਰ ਦੇ ਹਨ ਜਿੱਥੇ ਤੁਹਾਨੂੰ ਇੱਕ ਤਸਵੀਰ ਦਿੱਤੀ ਜਾਣਗੀ ਉਸ ਤਸਵੀਰ ਨੂੰ ਧਿਆਨ ਦੇ ਨਾਲ ਦੇਖ ਕੇ ਅਤੇ ਤੁਹਾਨੂੰ ਕੋਈ ਮੁਨਾਸਿਬ ਜਵਾਬ ਲਿਖਣਾ ਪਊਗਾ ਹਾਂਜੀ ਸੋ ਇੱਥੇ ਤੁਸੀਂ ਦੇਖ ਸਕਦੇ ਵੀ ਪੇਂਡੂ ਜੀਵਨ ਅਤੇ ਸ਼ਹਿਰੀ ਜੀਵਨ ਹਾਂਜੀ ਅਤੇ ਉਸ ਤਸਵੀਰ ਨੂੰ ਦੇਖ ਕੇ ਤੁਹਾਨੂੰ ਇਹੋ ਜਿਹੇ 3 ਸਵਾਲ ਪੁੱਛੇ ਜਾਣਗੇ ਜਿੱਥੇ ਪਹਿਲਾ ਸਵਾਲ ਜਿਹੜਾ ਤੁਹਾਨੂੰ ਤਸਵੀਰ ਦੇ ਅਨੁਸਾਰ ਲਿਖਣਾ ਪਊਗਾ ਦੂਸਰਾ ਸਵਾਲ ਤੁਹਾਨੂੰ ਆਪਣੇ ਖਿਆਲ ਅਤੇ ਤਸਵੀਰ ਦੇ ਵਿੱਚ ਦਿੱਤੇ ਹੋਏ ਜਿਹੜੇ ਤੁਹਾਨੂੰ ਦਿਸਦੇ ਹਨ ਉਹਦੇ ਬਾਰੇ ਵੀ ਤੁਸੀਂ ਲਿਖ ਸਕਦੇ ਹਾਂ ਜੀ ਸੋ ਜਿਸ ਤਰ੍ਹਾਂ ਜੇ ਆਪਾਂ ਦੇਖੀਏ ਵੀ ਪਹਿਲਾ ਸਵਾਲ ਹੈ ਵੀ ਇਸ ਤਸਵੀਰ ਨੂੰ ਵੇਖ ਕੇ ਤੁਹਾਨੂੰ ਕੀ ਮਹਿਸੂਸ ਹੁੰਦਾ ਹੈ
ਹਾਂਜੀ ਸੋ ਇਹ ਤਸਵੀਰ ਨੂੰ ਦੇਖ ਕੇ ਤੁਸੀਂ ਜਵਾਬ ਦੇਣਾ ਪਊਗਾ। ਦੂਸਰਾ ਸਵਾਲ ਹੈਗਾ ਵੀ ਤੁਸੀਂ ਹਾਂਜੀ ਕਿੱਥੇ ਰਹਿਣਾ ਪਸੰਦ ਕਰਦੇ ਹੈ ਹਾਂਜੀ ਅਤੇ ਕਿਉਂ। ਹਾਂਜੀ ਸੋ ਤੁਸੀਂ ਤਸਵੀਰ ਨੂੰ ਦੇਖ ਕੇ ਅਤੇ ਆਪਣਾ ਵੀ ਖਿਆਲ ਤੁਸੀਂ ਲਿਖ ਕੇ ਇਹਦਾ ਜਵਾਬ ਤੁਸੀਂ ਦੇ ਸਕਦੇ, ਫਿਰ ਤੁਹਾਨੂੰ ਇਹਦੇ 2 ਨੰਬਰ ਦਿੱਤੇ ਜਾਣਗੇ। ਅਤੇ ਤੀਸਰਾ ਸਵਾਲ ਹੈਗਾ ਵੀ ਸ਼ਹਿਰ ਵਿੱਚ ਪ੍ਰਦੂਸ਼ਣ ਰੋਕਣ ਲਈ ਓਕੇ ਸਾਨੂੰ ਕਿਹੋ ਜਿਹੇ ਯਤਨ ਕਰਨੇ ਚਾਹੀਦੇ ਹਨ। ਹਾਂਜੀ ਸੋ ਇਹ ਹੈਗਾ ਵੀ ਜਿੱਥੇ ਤੁਸੀਂ ਆਪਣੇ ਖਿਆਲ ਪੇਸ਼ ਕਰਨੇ ਪਓਗੇ। ਸੋ ਸ਼ਹਿਰ ਦੇ ਵਿੱਚ ਦੇ ਪ੍ਰਦੂਸ਼ਣ ਰੋਕਣ ਵਾਸਤੇ ਤੁਸੀਂ ਕਿਹੋ ਜਿਹੇ ਯਤਨ ਕਰਨੇ ਪਓਗੇ। ਸੋ ਇਹ ਵੈਸੇ ਤਸਵੀਰ ਦੇ ਵਿੱਚ ਇਹਦਾ ਤੁਹਾਨੂੰ ਜਵਾਬ ਨਹੀਂ ਮਿਲੂਗਾ, ਪਰ ਆਪ ਸੋਚ ਕੇ ਤੁਹਾਨੂੰ ਲਿਖਣਾ ਪਊਗਾ। ਹਾਂਜੀ ਤੇ ਅਖੀਰ ਦੇ ਵਿੱਚ ਭਾਗ ਈ ਜਿੱਥੇ ਤੁਹਾਨੂੰ ਲੇਖ ਜਾਂ ਲਿਖਤੀ ਇਮਤਿਹਾਨ ਦਿੱਤੀ ਜਾਓਗੀ ਇੱਥੇ। ਹਾਂਜੀ ਇੱਥੇ ਜੇ ਤੁਸੀਂ ਦੇਖੋਗੇ ਵੀ ਇੱਥੇ ਲਿਖਿਆ ਹੋਇਆ ਵੀ ਹੇਠ ਲਿਖੇ ਵਿਸ਼ਿਆਂ ਵਿੱਚੋਂ ਹਾਂਜੀ ਕਿਸੇ ਇੱਕ ਵਿਸ਼ੇ ਤੇ ਲੇਖ ਲਿਖੋ ਹਾਂਜੀ ਜੋ 150 ਸ਼ਬਦਾਂ ਤੋਂ ਘੱਟ ਨਾ ਹੋਵੇ। ਹਾਂਜੀ ਸੋ 150 ਤੋਂ 150 ਸ਼ਬਦਾਂ ਤੋਂ ਘੱਟ ਨਾ ਹੋਵੇ। ਹਾਂਜੀ ਸੋ ਇਹਦੇ ਵਿੱਚ 3 ਸਵਾਲ ਹੈਗੇ ਆ। ਸੋ ਇਸ ਵਿਸ਼ਾ ਨੂੰ ਜੇ ਤੁਸੀਂ ਪੜ੍ਹ ਕੇ ਅਤੇ ਇਸ ਦੇ ਨਾਲ ਤੁਹਾਨੂੰ ਲੇਖ ਲਿਖਣਾ ਪਊਗਾ। ਸੋ ਲੇਖ ਲਿਖਣ ਲੱਗੇ ਤੁਸੀਂ ਦੇਖਣਾ ਪਊਗਾ ਸਭ ਤੋਂ ਪਹਿਲਾਂ ਉਹਦਾ ਮੁੱਢ ਹੁੰਦਾ, ਫਿਰ ਉਹਦਾ ਮੱਧ ਹੁੰਦਾ, ਫਿਰ ਉਹਦਾ ਅੰਤ ਹੁੰਦਾ। ਅਤੇ ਜਿਹੜੇ ਵਾਕ ਤੁਸੀਂ ਲਿਖੋਗੇ ਉਹ ਵਾਕ ਵੀ ਤਰ੍ਹਾਂ ਦੇ ਵਾਕ ਹੋਣੇ ਚਾਹੀਦੇ ਆ ਅਤੇ ਵਾਕ ਦਾ ਬਣਤਰ ਵੀ ਤੁਸੀਂ ਦੇਖਣਾ ਪਊਗਾ। ਅਤੇ ਤੇਰੇ ਸ਼ਬਦ ਜਿਹੜੇ ਤੁਸੀਂ ਵਰਤਦੇ ਹਨ ਉਹ ਸ਼ਬਦ ਵੀ ਪੰਜਾਬੀ ਸ਼ਬਦ ਹੋਣੇ ਚਾਹੀਦੇ ਆ। ਸੋ ਇਹਦੇ ਵਿੱਚ ਤੁਹਾਨੂੰ ਇਹ ਵੀ ਖਿਆਲ ਰੱਖਣਾ ਪਊਗਾ ਵੀ ਹਿੰਦੀ ਸ਼ਬਦਾਂ ਤੋਂ ਤੁਸੀਂ ਥੋੜ੍ਹਾ ਜਿਹਾ ਦੂਰ ਰਹੋ ਅਤੇ ਜ਼ਿਆਦਾ ਪੰਜਾਬੀ ਸ਼ਬਦ ਵਰਤ ਕੇ ਇਹ ਲੇਖ ਤੁਹਾਨੂੰ ਲਿਖਣਾ ਪਊਗਾ। ਹਾਂਜੀ ਸੋ ਜਿਸ ਤਰ੍ਹਾਂ ਵੀ ਪਹਿਲਾ ਸਵਾਲ ਇੱਥੇ ਹੈਗਾ ਆ ਵੀ ਤੁਹਾਡੇ ਖਿਆਲ ਅਨੁਸਾਰ ਤੁਹਾਡਾ ਮਨਪਸੰਦ ਸਕੂਲ ਕਿਹੋ ਜਿਹਾ ਹੋਣਾ ਚਾਹੀਦਾ ਹੈ। ਸੋ ਇਹ ਤੁਸੀਂ ਪੜ੍ਹ ਕੇ ਤੁਸੀਂ ਆਪਣੇ ਖਿਆਲ ਅਨੁਸਾਰ ਇੱਕ ਲੇਖ ਪੂਰਾ ਲਿਖ ਸਕਦੇ ਹਨ 150 ਸ਼ਬਦਾਂ ਤੋਂ ਘੱਟ, ਜਿਹੜਾ 150 ਸ਼ਬਦਾਂ ਤੋਂ ਘੱਟ ਨਾ ਹੋਵੇ। ਦੂਸਰਾ ਸਵਾਲ ਹੈਗਾ ਵੀ ਤੁਸੀਂ ਆਪਣੇ ਪੰਜਾਬੀ ਵਿਦਿਅਕ ਕੇਂਦਰ ਦੇ ਨਾਲ ਇੱਕ ਯਤੀਮ ਖਾਨੇ ਨੂੰ ਗਏ। ਹਾਂਜੀ ਆਪਣੇ ਇਸ ਤਜਰਬੇ ਬਾਰੇ ਲਿਖੋ। ਸੋ ਇਹ ਤੁਹਾਡਾ ਤਜਰਬਾ ਹੈਗਾ ਆ। ਸੋ ਉਹ ਲੇਖ ਉਹਦੇ ਬਾਰੇ ਤੁਹਾਨੂੰ ਇੱਕ ਲੇਖ ਲਿਖਣਾ ਪਊਗਾ। ਹਾਂਜੀ ਜਾਂ ਤੁਸੀਂ ਇਹ ਵੀ ਤੁਸੀਂ ਵਿਸ਼ਾ ਚੁਣ ਸਕਦੇ ਹਨ ਵੀ ਨੌਜਵਾਨਾਂ ਵਿਹਲਾਬਾਜ਼ੀ ਤੋਂ ਦੂਰ ਹੋਣ ਲਈ ਕਿਸ ਤਰ੍ਹਾਂ ਦੇ ਉਪਰਾਲੇ ਕਰ ਸਕਦੇ। ਹਾਂਜੀ ਇੱਕ ਭਾਸ਼ਣ ਲਿਖੋ। ਸੋ ਇੱਥੇ ਤੁਹਾਨੂੰ ਭਾਸ਼ਣ ਤਿਆਰ ਕਰਨਾ ਪਊਗਾ। ਸੋ ਭਾਸ਼ਣ ਦਾ ਜਿਹੜਾ ਤਰੀਕਾ ਹੈਗਾ ਆ, ਭਾਸ਼ਣ ਦੇ ਵਿੱਚ ਕਿਵੇਂ ਆਪਾਂ ਸ਼ੁਰੂ ਤੇ ਆਪਣੇ ਜਿਹੜੇ ਸਾਡੇ ਹੈਗੇ ਜਿਹੜੇ ਦਰਸ਼ਕ ਹੈਗੇ ਆ ਕਿਵੇਂ ਆਪਾਂ ਉਹਨਾਂ ਨੂੰ ਵੈਸੇ ਸੁਆਗਤ ਕਰਨਾ ਆ ਅਤੇ ਅਖੀਰ ਤੇ ਕਿਵੇਂ ਉਹਨਾਂ ਦਾ ਧੰਨਵਾਦ ਕਰਨਾ ਆ, ਉਸ ਬਾਰੇ ਵੀ ਤੁਹਾਨੂੰ ਜਾਣਕਾਰੀ ਹੋਣੀ ਚਾਹੀਦੀ। ਹਾਂਜੀ ਸੋ ਇਸ ਦੇ ਨਾਲ ਅੱਜ ਦਾ ਜਿਹੜਾ ਸਾਡਾ ਇਸ ਮਜ਼ਬੂਨ ਦਾ ਜਿਹੜਾ ਨਵਾਂ ਬਣਤਰ ਆ ਇਹ ਖਤਮ ਹੁੰਦਾ ਹੈ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਜ਼ਰੂਰ ਆਪਣੇ ਬੱਚਿਆਂ ਨੂੰ ਅਤੇ ਜਿਹੜੇ ਅਧਿਆਪਕ ਹੈ ਤੁਸੀਂ ਵੀ ਆਪਣੇ ਬੱਚਿਆਂ ਨੂੰ ਜ਼ਰੂਰ ਇਸ ਮਾਂ ਬੋਲੀ ਦੇ ਮਜ਼ਬੂਨ ਦੇ ਜਿਹੜੇ ਇਮਤਿਹਾਨ ਜਿਹੜੇ ਸਕੂਲਾਂ ਦੇ ਵਿੱਚ ਲੈਣ ਵਾਸਤੇ ਤੁਸੀਂ ਜ਼ਰੂਰ ਪ੍ਰੇਰਨਾ ਕਰਨੀ ਅਤੇ ਆਪਣੀ ਮਾਂ ਬੋਲੀ ਸਦਾ ਕਾਇਮ ਰਵੇ। ਹਾਂਜੀ ਅਤੇ ਬੋਲਦਿਆਂ ਚੱਲਦਿਆਂ ਭੁੱਲ ਚੁੱਕ ਮਾਫ ਕਰਨੀ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
Okey, baiklah. Terima kasih Dr. Tarsim atas penerangan untuk cara menjawab bahagian C, D dan juga E. Murid-murid di rumah jangan lepaskan peluang kerana bahagian E merupakan bahagian menulis karangan dengan peruntukan markah yang besar iaitu 40 markah dengan masanya 45 minit. Jadi manfaatkan masa dengan betul supaya dapat peroleh markah dengan maksimum. Saya kira kita dah sampai ke penghujungnya Dr. Tarsim untuk penerangan dan cara menjawab format pentadbiran instrumen peringkat mendengar rendah bahasa Punjabi. Baik, Dr. Tarsim, sebelum kita akhiri pembincangan kita pada hari ini, sedikit kesimpulan ringkas daripada Doktor. Silakan. Ya, terima kasih Mira ya, dan terima kasih atas peluang untuk mengadakan episod pada hari ini. Okey, bahasa Punjabi ini memang telah wujud lamalah di dalam sistem peperiksaan di Malaysia. Okey. Dari sejak zaman British lagi lah. Okay? Baik. So dalam bahasa Punjabi ni ada banyak persamaan lah. Kalau kita nak cerita di antara banyak perkataan dalam bahasa Punjabi ni ada juga digunakan dalam bahasa Melayu. Ada banyak persamaan. Okay? Baik. Macam tadi saya sebut macam soal, kalau dalam bahasa Melayu dia soal. Jawab, jawapan. Dia lebih kurang ada banyak persamaan. Okay. Jadi bahasa untuk sistem lah ujian akhir semester akademik ini ada, saya rasa, satu langkah yang baiklah untuk murid-murid membuat sesuatu yang berdasarkan kepada pentaksiran berasaskan sekolah. Okey, di mana murid dapat melalui peperiksaan pada akhir tahun dan berdasarkan kepada tingkatan tersebut tidak membebankan di mana murid cuma membuat peperiksaan itu di akhir 3 tahun mendengar rendah, okey, di mana mereka perlu mengulang kaji Baik. daripada tingkatan 1 sampai tingkatan 3. Dia tapi lebih memudahkan dan lebih mesra kepada murid. Ya. Betul. Terima kasih banyak-banyak Doktor atas perkongsian untuk hari ini. Saya kira mereka di rumah pastinya dah dapat pencerahan bagaimana cara untuk menjawabnya. Terima kasih lagi sekali saya ucapkan kepada tetamu kami di studio iaitu Dr. Tarsim Singh atas kesudian meluangkan masa dan berkongsi ilmu kepada anda semua. Diharapkan memberi manfaat kepada semua murid-murid yang menonton. Saya Syamira Nazir. Kita jumpa lagi di episod akan datang hanya di Pentaksiran Sematif. Assalamualaikum dan salam sejahtera. Bye.